ਏਕ ਚਾਨਣ ਹੋਂਦਿਆਂ ਗੁਰ ਬਿਨ ਘੋਰ ਅੰਧਾਰ। ਏਕ ਚਾਨਣ ਹੋਂਦਿਆਂ ਗੁਰ ਬਿਨ ਘੋਰ ਅੰਧਾਰ। ਤਨਾਸਰੀ ਮਹਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰਿ। ਜਾ ਕੈ ਵਸ ਹੈ ਕਾਮ ਧੀਨਾ। ਸੋ ਐਸਾ ਹਰਿ ਧਿਆਈਐ ਮੇਰੇ ਜੀਵੜੇ। ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਿਨਾਮ ਸਦਾ ਸਤਿਨਾਮ। ਹਲ ਪਲ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰਿ ਪੁਰਖ ਨਿਰੰਜਨਾ। ਜਪ ਮਨ ਸਤਿਨਾਮ ਸਦਾ ਸਤਿਨਾਮ। ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰਿ ਪੁਰਖ ਨਿਰੰਜਨਾ। ਪਰਮ ਸਤਿਨਾਮ ਜੁਗੋ ਜੁਗ ਅਟਲ। ਸਰਬ ਕਲਾ ਭੂਤ ਚੌਕ ਸ਼ਬਦ ਤਖਤ ਦੇ ਮਾਲਕ। ਹਾਜ਼ਰ ਨਾਜ਼ਰ ਗੁਰਗੱਦੀ ਤੇ ਸੁਭਾਏ ਮਾਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ। ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਬਹੁਤ ਸਤਿਕਾਰਯੋਗ ਸਤਸੰਗੀ ਜਨੋ ਵਡਿਆ ਭਾਗਾਂ ਵਾਲੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਨਾਲ ਗੁਰਬਾਣੀ ਕੀਰਤਨ ਦੇ ਨਾਲ ਰਲ ਮਿਲ ਕੇ ਸਾਰੇ ਸਾਂਝ ਬਣਾਵੇ ਸੀ। ਚੌਥੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ। ਤਿਨਾਂ ਦੇ ਪ੍ਰਕਾਸ਼ ਨੂੰ ਸਮਰਪਿਤ ਜੋ ਵਿਸ਼ੇਸ਼ ਰੂਪ ਦੇ ਵਿੱਚ ਤਿੰਨ ਰੋਜ਼ਾ ਗੁਰਮਤਿ ਸਮਾਗਮ ਲਿਖਿਆ ਹੋਇਆ। ਦੂਜੇ ਦਿਨ ਦੀਆਂ ਹਾਜ਼ਰੀਆਂ ਭਾਵੇਂ ਸਤਸੰਗੀ ਜਦੋਂ ਅਸੀਂ ਕੱਲ ਦੇ ਦਿਨੇ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਜੀਵਨ ਦੇ ਉੱਤੇ ਇਤਿਹਾਸ ਦੇ ਉੱਤੇ ਕੁਝ ਕੁ ਵਿਚਾਰਾਂ ਸਾਂਝੀਆਂ ਕੀਤੀਆਂ ਸਨ। ਸੋ ਆਓ ਅਗਲੇਰੀਆਂ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਗੁਰੂ ਘਰ ਦੀ ਮਰਿਆਦਾ ਬੜੇ ਅਦਬ ਸਤਿਕਾਰ ਦੇ ਨਾਲ ਨਿਭਾ ਲਈਏ। ਦੋਨੇ ਹੱਥ ਜੋੜ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਅੰਮ੍ਰਿਤਮਈ ਸ਼ਬਦ ਦਾ ਪਾਠ ਅਸਾਂ ਸਾਰਿਆਂ ਨੇ ਰਲ ਮਿਲ ਕੇ ਸਰਵਣ ਕੀਤਾ। ਸ਼ਬਦ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦਾ। ਧਨਾਸਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਅੰਗ 669 ਸਾਹਿਬ ਸੱਚੇ ਪਾਤਸ਼ਾਹ ਜੀ ਅਮੁੱਲਮਈ ਪਾਵਨ ਬਚਨਾਂ ਦੇ ਸਦਕਾ ਰਹਿਮਤ ਕਰਦੇ ਨੇ। ਹੇ ਮੇਰੇ ਮਨ ਸਦਾ ਦੇ ਲਈ ਜੇ ਸੁਖ ਚਾਹੁੰਦਾ ਹੈ, ਜੇ ਆਪਣਾ ਲੋਕ ਸੁਹੇਲਾ ਕਰਨਾ ਚਾਹੁੰਦਾ ਹੈ ਤੇ ਇੱਕ ਬਹੁਤ ਸੌਖਾ ਹੀਲਾ ਹੈ, ਬਹੁਤ ਸੌਖਾ ਯਤਨ ਹੈ। ਜੇਕਰ ਤੂੰ ਕਰ ਲਵੇਂਗਾ ਤੇ ਸੱਚ ਕਰਕੇ ਜਾਣੀ ਤੇਰੇ ਹਿਰਦੇ ਅੰਦਰ ਸੰਸਾਰ ਦੇ ਉੱਤੇ ਜ਼ਿੰਦਗੀ ਜਿਉਂਦਿਆਂ ਦੀ ਬੇਸ਼ੱਕ
ਦੁਨਿਆਵੀ ਤੌਰ ਦੇ ਉੱਤੇ ਦੁੱਖ ਜ਼ਰੂਰ ਆ ਜਾਣਗੇ, ਪਰ ਜਿਹੜਾ ਮਨ ਦਾ ਸੁੱਖ ਹੈ, ਜਿਹੜਾ ਮਨ ਦਾ ਆਨੰਦ ਹੈ, ਉਹ ਕਦੇ ਵੀ ਅੰਦਰੋਂ ਜਾਵੇਗਾ। ਬਾਸ਼ਰਤ ਗੱਲ ਗਰੀਬ ਰਿਵਾਜ ਪਿਤਾ ਜੀ ਨੇ ਸਾਡੇ ਸਾਹਮਣੇ ਰੱਖੀ ਹੈ, ਜਪ ਮਨ ਸਤਨਾਮ ਸਦਾ ਸੱਚੇ ਨਾਮ ਨੂੰ ਧਿਆਉਂਦੇ ਹਾਂ, ਸੱਚੇ ਨਾਮ ਨੂੰ ਅੰਤਰ ਆਤਮੇ ਦੇ ਵਿੱਚ ਵਸਾਇਆ। ਥੋੜੇ ਸਮੇਂ ਦੇ ਲਈ ਨਹੀਂ, ਖਿੰਨ ਮਾਤਰ ਦੇ ਲਈ ਨਹੀਂ, ਸਦਾ ਸਤ। ਅਗਲੀ ਗੱਲ ਨਾਲ ਬਰਾਬਰ ਕਰਦੇ ਨੇ, ਹਲਤ ਪਲਤ ਮੁਖ ਉਜਲ ਹੋਈ ਹੈ। ਆਹ ਸਮਾਂ ਜਿਹੜਾ ਜ਼ਿੰਦਗੀ ਦਾ ਪ੍ਰੈਜ਼ੈਂਟ ਦੇ ਵਿੱਚ ਹੈ ਤੇ ਜ਼ਿੰਦਗੀ ਦਾ ਜਿਹੜਾ ਆਉਣ ਵਾਲਾ ਸਮਾਂ ਫਿਊਚਰ ਵਾਲਾ, ਮੁਖ ਉਜਲ ਹੋਈ। ਮੁਖ ਉਜਲ ਭਾਵ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਦੇ ਸਦਕਾ ਸੰਸਾਰੀ ਜੀਵ ਜਦੋਂ ਸੰਸਾਰ ਦੇ ਵਿੱਚ ਜਿਉਂਦਿਆਂ ਦੀ ਨਿਰੰਕਾਰ ਦੀ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਕਰਨਾ ਲੱਗ ਜਾਏਗਾ, ਸਿਫਤ ਸਲਾਹਾਂ ਦੇ ਵਿੱਚ ਜੁਟ ਜਾਏਗਾ, ਆਉਣ ਵਾਲਾ ਸਮਾਂ ਵੀ ਸੁੱਖਾਂ ਦੇ ਨਾਲ ਹੀ ਜਾਏਗਾ। ਆਉਣ ਵਾਲੇ ਸਮੇਂ ਦੇ ਵਿੱਚ ਵੀ ਸਦਾ ਦੇ ਲਈ ਆਨੰਦ ਬਣਿਆ ਰਹੇਗਾ। ਬੇਸ਼ੱਕ ਇਹ ਗੱਲ ਹੈ, ਸੰਸਾਰ ਦੇ ਵਿੱਚ, ਗਲੀਆਂ ਦੇ ਵਿੱਚ, ਪਿੰਡਾਂ ਦੇ ਵਿੱਚ ਜੇਕਰ ਕੱਖ ਉੱਡਦੇ ਹੋਣ, ਖਿਲਰਦੇ ਹੋਏ ਹੋਣ, ਉਹਨਾਂ ਨੂੰ ਚੱਕਣ ਦੇ ਲਈ, ਉਹਨਾਂ ਨੂੰ ਇਕੱਠਿਆਂ ਕਰਨ ਦੇ ਲਈ ਤੇ ਹਰ ਕੋਈ ਅੱਗੇ ਆਉਂਦਾ ਹੈ। ਪਰ ਜਿਸ ਪ੍ਰਾਣੀ ਅੰਦਰ ਆਤਮੇ ਦੇ ਸਦਕਾ ਦੁੱਖ ਕਲੇਸ਼ ਹੋ, ਇੱਕੋ ਹੀ ਇੱਕ ਪਾਤਸ਼ਾਹ ਹੈ ਜਿਹੜਾ ਚੱਕਣ ਦੇ ਲਈ ਵੀ ਨਾਲ ਲਾਉਣ ਦੇ ਲਈ ਵੀ ਤਿਆਰ ਹੈ। ਐਸੀ ਮਿਹਰ, ਐਸੀ ਬਖਸ਼ਿਸ਼ ਦੇ ਬਾਬਾ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜਿਸ ਵੇਲੇ ਗੁਰਗੱਦੀ ਦੇ ਉੱਤੇ ਨਹੀਂ ਨਾ ਬੈਠੇ ਹੋਏ, ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ, ਗੁਰੂ ਅੰਗਦ ਮਹਾਰਾਜ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਸੇਵਾ ਦੇ ਵਿੱਚ ਜੁਟੇ ਹੋਏ ਨੇ, ਤੇ ਉਸ ਵੇਲੇ ਨਾਨੀ ਮਾਂ ਜੀ ਆਪਣੇ ਦੋਤੇ ਨੂੰ ਪਿੰਡ ਵਾਸਾ ਕੇ ਲੈ ਜਾਂਦੀ ਹੈ ਲਾਹੌਰ ਤੋਂ, ਜਿੱਥੇ ਉਸ ਥਾਂ ਦੇ ਉੱਤੇ ਆਉਂਦੇ ਨੇ ਤੇ ਉੱਥੇ ਉਸ ਉਹਨਾਂ ਦਾ ਹੈਗਾ ਨਾਨਕਾ ਪਰਿਵਾਰ। ਨਾਨਕੇ ਪਰਿਵਾਰ ਦੇ ਵਿੱਚ ਆਏ ਨੇ ਤੇ ਖੇਡਣ ਦੇ ਲਈ ਗਏ, ਖੇਡਣ ਦੇ ਲਈ ਨਾਲ ਕੋਈ ਤਿਆਰ ਨਹੀਂ। ਇੱਥੋਂ ਤੱਕ ਗੱਲ ਜੇਕਰ ਕੋਈ ਤਿਆਰ ਨਹੀਂ ਹੋਇਆ ਫੇਰ ਵੀ ਪੱਲੇ ਨਿਰਾਸ਼ਾ ਨਹੀਂ ਪਈ। ਖੇਡ ਕੇ ਜਿੱਥਾ ਆਇਆ ਆ ਕੇ ਕਹਿੰਦਾ, ਦਾਦੀ ਮਾਂ ਮੇਰੇ ਨਾਲ ਕੋਈ ਖੇਡਣ ਦੇ ਲਈ ਤਿਆਰ ਨਹੀਂ ਹੈ। ਕੀ ਹੋਇਆ? ਮੇਰੇ ਨਾਲ ਕੋਈ ਖੇਡਣ ਦੇ ਲਈ ਤਿਆਰ ਨਹੀਂ ਹੈ। ਜੇ ਕੋਈ ਖੇਡਦਾ ਹੈ, ਬੱਚੇ ਤਾਂ ਖੇਡਣ ਵੀ ਲੱਗ ਜਾਂਦੇ ਨੇ। ਉਹਨਾਂ ਦੀਆਂ ਮਾਵਾਂ ਆ ਕੇ ਮੇਰੇ ਤੋਂ ਆਪਣੇ ਬੱਚਿਆਂ ਨੂੰ ਦੂਰ ਕਰ ਲੈਂਦੀਆਂ ਨੇ। ਕਿਉਂ? ਕਿਉਂਕਿ ਇਹ ਭਾਗਾ ਹੈ, ਇਸ ਦੇ ਮਾਤਾ ਪਿਤਾ ਵੀ ਇਸ ਦੇ ਜਨਮ ਹੁੰਦਿਆਂ ਸਾਰ ਸੰਸਾਰ ਤੋਂ ਕੂਚ ਕਰਕੇ। ਮੈਂ ਉਹੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਗਲੀਆਂ ਦੇ ਵਿੱਚ ਪਏ ਹੋਏ ਕੱਖ, ਘਰ ਦੇ ਵਿੱਚ ਪਏ ਹੋਏ ਕੱਖ ਚੁੱਕਣ ਦੇ ਲਈ ਹਰ ਕੋਈ ਤਿਆਰ ਹੈ, ਪਰ ਜਿਸ ਦੇ ਅੰਦਰ ਆਤਮੇ ਦਾ ਦੁੱਖ ਹੈ, ਸਰੀਰਕ ਤੌਰ ਦੇ ਉੱਤੇ ਦੁੱਖ ਹੈ, ਉਸ ਨੂੰ ਕੋਈ ਬਿਰਲਾ ਹੀ ਹੈ ਜਿਹੜਾ ਚੱਕਣ ਦੇ ਲਈ, ਗਲ ਦੇ ਨਾਲ ਲਾਉਣ ਦੇ ਲਈ ਤਿਆਰ ਹੈ। ਬਸ ਕੇ ਆਏ ਨੇ ਪ੍ਰਚਾਰ ਦੌਰੇ ਦੇ ਅਧੀਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੇ ਨਾਲ ਪਹਿਲਾ ਮਿਲਾਪ ਹੋਇਆ ਹੈ ਬਾਸਰਕੇ ਦੀ ਧਰਤੀ ਤੇ। ਉੱਥੇ
ਜਿੱਥੇ ਦੁਨੀਆ ਦੀ ਪ੍ਰਚਾਰ ਦੀ ਗੱਲ ਗੁਰੂ ਪਾਤਸ਼ਾਹ ਜੀ ਕਰਦੇ ਨੇ, ਉੱਥੇ ਨਾਲ ਜਿਹੜਾ ਗੁਰੂ ਘਰ ਦਾ ਸਿਧਾਂਤ ਹੈ ਸੇਵਾ ਵਾਲਾ, ਉਹ ਵੀ ਨਾਲ ਬਰਾਬਰ ਰੱਖਿਆ ਹੋਇਆ ਹੈ। ਉਸੇ ਹੀ ਸੇਵਾ ਦੇ ਅਧੀਨ ਜਿਸ ਵੇਲੇ ਦਾਦੀ ਮਾਂ ਦੇ ਨਾਲ, ਨਾਨੀ ਅਮਰੋ ਦੇ ਨਾਲ ਅਮਰਦਾਸ ਪਾਤਸ਼ਾਹ ਜੀ ਗੱਲਬਾਤ ਕਰਦੇ ਨੇ ਕਿ ਤੁਸੀਂ ਉੱਥੋਂ ਆਏ ਹੋ, ਇੱਥੇ ਬੱਚੇ ਦੇ ਮਾਤਾ ਪਿਤਾ ਨਹੀਂ ਨੇ, ਜੇ ਕਿਸੇ ਚੀਜ਼ ਦੀ ਮਦਦ ਦੀ ਕੋਈ ਲੋੜ ਹੋਈ ਤਾਂ ਜ਼ਰੂਰ ਦੱਸਿਓ, ਸਾਨੂੰ ਸੇਵਾ ਦਾ ਮੌਕਾ ਕੋਸ਼ਿਸ਼ ਕਰਾਂਗੇ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਜਿਸ ਵੇਲੇ ਆਏ ਨੇ ਭਾਈ ਦੇਖੇ ਕਿ ਉਸ ਵੇਲੇ 7 ਸਾਲ ਦੀ ਆਗੂ ਹੋਇਆ ਤੇ ਨਾਨੀ ਮਾਂ ਕਹਿੰਦੀ ਹੈ ਕੋਈ ਗੱਲ ਨਹੀਂ ਪੁੱਤ, ਜੇਕਰ ਕੋਈ ਖੇਲਣ ਦੇ ਲਈ ਤਿਆਰ ਨਹੀਂ ਹੈ, ਲੈ ਮੈਂ ਤੈਨੂੰ ਘੁੰਗੜੀਆਂ ਬਣਾ ਦਿੰਦੀਆਂ, ਤੂੰ ਇਹ ਵੇਚ, ਤੇਰਾ ਵੀ ਪੇਟ ਭਰ ਜਾਏਗਾ ਤੇ ਘਰ ਦਾ ਵੀ ਗੁਜ਼ਾਰਾ ਵਧੀਆ ਤਰੀਕੇ ਦੇ ਨਾਲ ਹੋ ਜਾਏਗਾ। ਆਖਰ ਦੇ ਵਿੱਚ ਜਦੋਂ ਨਾਨੀ ਮਾਂ ਨੂੰ ਲੱਗਿਆ ਕਿ ਹੁਣ ਸਰੀਰ ਬਜ਼ੁਰਗ ਹੋਣ ਲੱਗਾ ਹੈ, ਆਖਰ ਦੇ ਵਿੱਚ ਗੋਇੰਦਵਾਲ ਸਾਹਿਬ ਧਰਤੀ ਤੇ ਭਾਈ ਗੋਇੰਦੇ ਦੇ ਜਿਸ ਨੇ ਗੁਰਦੁਆਰਾ ਸਾਹਿਬ ਗੁਰੂ ਘਰ ਦੇ ਲਈ ਆਪਣੀ ਜ਼ਮੀਨ ਦਿੱਤੀ, ਉਸ ਧਰਤੀ ਦੇ ਉੱਤੇ ਨਗਰ ਵਸਾਇਆ ਜਾ ਰਿਹਾ ਹੈ ਪਾਤਸ਼ਾਹ ਅਮਰਦਾਸ ਜੀ। ਉਸ ਧਰਤੀ ਦੇ ਉੱਤੇ ਗਏ ਤੇ ਬਾਸਰ ਦੇ ਕੱਲਾ ਇੱਕ ਪਿੰਡ ਨਹੀਂ, ਇੱਕ ਘਰ ਨਹੀਂ, ਜਿਹੜਾ ਵੀ ਕੋਈ ਆਇਆ ਹੈ ਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉਸ ਦਰ ਦੇ ਉੱਤੇ ਥਾਂ ਬਖਸ਼ਿਸ਼ ਕੀਤੀ, ਉਸ ਦਰ ਦੇ ਉੱਤੇ ਉਹਨਾਂ ਨੂੰ ਮਾਣ ਬਖਸ਼ਿਸ਼ ਕੀਤਾ ਹੈ। ਸਮਾਂ ਲੰਘਿਆ, ਨਾਨੀ ਆਪਣੇ ਪੁੱਤ ਨੂੰ ਲੈ ਕੇ ਉੱਥੇ ਪਹੁੰਚੀ ਹੈ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜੇ ਕਿ ਮੇਰਾ ਸਰੀਰ ਹੁਣ ਬਿਰਧ ਹੋ ਗਿਆ ਹੈ, ਇਹ ਬਾਲਕ ਹੁਣ ਯਤੀਮ ਹੈ, ਇਸ ਦਾ ਕੋਈ ਵੀ ਨਹੀਂ ਹੈ। ਵੈਸੇ ਛੋਟੀ ਕੁਲ ਹੈਗੀ ਬਹੁਤ ਵੱਡੀ, ਛੋਟੀ ਕੁਲ ਨਹੀਂ ਹੈ, ਛੋਟੀ ਕੁਲ ਹੈ ਬਹੁਤ ਵੱਡੀ, ਪਰ ਨਾਲ ਸਾਂਭ ਸੰਭਾਲ ਦੇ ਲਈ ਕੋਈ ਅੱਗੇ ਨਹੀਂ ਆਇਆ। ਨਾਨੀ ਨੇ ਜਿਸ ਵੇਲੇ ਮਾਤਾ ਜੀ ਜਦੋਂ 2 ਸਾਲ ਦੀ ਉਮਰ ਹੈ, ਭਾਈ ਜੀਜੇ ਦੀ ਤੇ ਉਸ ਵੇਲੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਨੇ। ਉਸ ਤੋਂ ਬਾਅਦ ਜਦੋਂ 7 ਸਾਲ ਦੀ ਆਯੂ ਹੋਈ ਹੈ, ਉਸ ਸਮੇਂ ਤੱਕ ਪਿਤਾ ਹਰਦਾਸ ਨੇ ਆਪ ਪਾਲਣਾ ਪੋਸ਼ਣਾ ਕੀਤੀ ਹੈ, ਕਿਸੇ ਆਲੇ ਦੁਆਲੇ ਨੇ ਨਹੀਂ ਬਾਂਹ ਫੜੀ ਤੇ ਉਸ ਵੇਲੇ ਦੇ ਸਮੇਂ ਤੱਕ ਨਾਨੀ ਨੇ ਦੇਖਿਆ ਹੀ ਹੋਣਾ ਹੈ ਕਿ ਕਿਸੇ ਨੇ ਬਾਂਹ ਨਹੀਂ ਫੜੀ, ਤੇ ਜਦੋਂ ਬਾਂਹ ਫੜੀ ਹੈ ਫਿਰ ਬਾਂਹ ਛੱਡੀ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੇ ਅੱਗੇ ਰਜੋਈ ਕਰਦੇ ਨੇ, ਪਾਤਸ਼ਾਹ ਜੀ ਇਸ ਦੀ ਨਿਮਾਣੇ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਹੈ। ਇਹ ਗੱਲ ਹੈ ਕਿ ਤੁਹਾਡੇ ਦਰ ਦੇ ਉੱਤੇ ਆਏ ਹਾਂ, ਤੁਹਾਡੇ ਦਰ ਦੇ ਉੱਤੇ ਸਾਨੂੰ ਕੁਝ ਨਾ ਕੁਝ ਆਸਰਾ ਜ਼ਰੂਰ ਮਿਲੇਗਾ, ਸਾਨੂੰ ਕੁਝ ਨਾ ਕੁਝ ਸਹਾਰਾ ਜ਼ਰੂਰ ਮਿਲੇਗਾ, ਕਿਉਂਕਿ ਜਿੱਥੇ ਅਸੀਂ ਬਾਣੀ ਦੇ ਬੋਲ ਵੀ ਪੜ੍ਹਦੇ ਹਾਂ, ਸਭ ਤੋਂ ਵੱਡਾ ਸਤਿਗੁਰ ਨਾਨਕ ਜੀ ਕੱਲ ਰਾਖੀ ਉਹ ਰੱਖਣ ਵਾਲਾ ਹੈ, ਹਰ ਇੱਕ ਦੀ ਪੈਰ, ਹਰ ਇੱਕ ਦੀ ਇੱਜ਼ਤ। ਨਾਨੀ ਨੇ ਇਹ ਖਿਆਲ ਦਿੱਤਾ ਕਿ ਇਸ ਦਰ ਦੇ ਉੱਤੇ ਆਇਆ ਹੋਇਆ ਕੋਈ ਖਾਲੀ ਨਹੀਂ ਹੁੰਦਾ, ਮੇਰੀ ਉਮਰ ਵੀ ਹੁਣ ਬਿਰਧ ਹੋ ਚੁੱਕੀ ਹੈ, ਤੁਸੀਂ ਇਸ ਯਤੀਮ ਨੂੰ ਆਪਣੇ ਕੋਲ ਰੱਖ ਲਿਓ। ਰੱਬ ਦਾ ਫਰਿਸ਼ਤਾ ਸੋਚਦਾ ਹੈ ਨਾਨੀ ਦੀ ਤੇ ਇਸ ਬੁੱਢੜੀ ਮਾਈ ਦੀ ਤੇ ਮੱਤ ਛੁੱਟੀ ਹੈ, ਇਹ ਜਿਸ ਨੂੰ ਯਤੀਮ ਕਹਿ ਰਿਹਾ ਹੈ, ਜਿਸ ਦਾ ਕੋਈ ਵੀ ਅੱਗਾ ਪਿੱਛਾ ਨਹੀਂ ਹੈ। ਸਮਾਂ ਐਸਾ ਆਏਗਾ ਗੁਰੂ ਰਾਮਦਾਸ ਦੇ ਦਰਸ਼ਨਾਂ ਦੇ ਲਈ, ਗੁਰੂ ਰਾਮਦਾਸ ਦੇ ਦੀਦਾਰਾਂ ਦੇ ਲਈ ਲੋਕਾਂ ਦੇ ਅੰਦਰ ਤੜਫ ਪੈਦਾ ਹੋਵੇਗੀ। ਐਸਾ ਕੁਝ
ऐसी रहमत और संसारी चीज जिस वे संसारिक रीति के नाल देखते हैं उदों इदां पर गुरु पातशाह जी का जिहड़ा दृष्टिकोण है जिहड़ा उन्हां दे अंदर आत्मे दे विच देख रहे ने वो है ही वखरा है, वो है ही बिल्कुल अलग है। ते पातशाह जी गुरु अमरदास महाराज पातशाह जी ने आप उन्हां नूं जिस वेले शरण दे विच गए ने उस वेले उन्हां दी आयु है 12 साल, उस वेले आयु है 12 साल। 12 साल तो लेके गुरु अमरदास महाराज पातशाह जी के दर ते आप सेवा करते ते नाल फिर घुमणियां विच किरत भी करते नाले कार भी करते, परमेश्वर की सिफत सलाह दे विच भी जुटे रहंदे, निरंकार दे ख्यालां दे नाल भी जुटे रहंदे, नाल सेवा संभाल दे विच भी जुटे रहंदे। इन्हां दोनों कारजां नूं इन्हां दोनों ही ख्यालां नूं आप अंतर आत्मे दे विच वसा के रखिया है। सेवा सुबह शाम ते दोपहर नूं फेर उसे ही तरीके दे सदका जो किरत है नेता प्रति उस नूं मुख रख के चलते। खैर समा इसे ही ढंग तरीके दे नाल वतीत हुंदा गया। गुरु अमरदास महाराज पातशाह जी उन्हां दे महल एक वचन कहते ने कि जगत के मालक अपनियां धीआं हुण जवान हो गईयां ने, इन्हां दे ब्याह कारजां दे लई कोई चंगा योग वार जिन्हां दा चंगा घर-बार होवे वो देखिया जाए ताकि इस कारज नूं भी असीं पूरा कर लईए। ये हुंदा है मां प्यो दे मन दे विच इच्छा कि साडे जिउंदियां जी साडे बच्चियां दे आनंद कारज हो जाने चाहिए। हर एक दे अंदर आत्मे दे विच ख्याल हुंदा मैं अपनी धी दा मैं अपने पुੱਤ ਦਾ आनंद कारज अपने हत्थी करके जाऊं। गुरु अमरदास महाराज पातशाह कहना करते हैं किदां दा वार किहो जिहा कहंदे ठीक ठाक होवे भला होवे वधिया घर-बार ठीक ठाक होवे। दुनियावी तौर के उत्ते हर कोई इहो ही ख्याल इहो ही गल्लां देखदा है। मुंडा बिजनेसमैन है, मुंडा चंगी कामकार कारगुजारी दे विच लग्या होया है, जमीन जायदाद दा मालक है, आम करके वही चीज़ां देखियां जांदियां पर जिहड़ी गुणवत्ता वाली बात है उस नूं देखण वाला कोई बिरला ही है। जिहड़े अंदर आत्मे दे एक दूजे दे प्रति स्नेह भावना वाली बात है वो दाने पुरुष भी देखदे कहंदे किहड़ा वार ते किदां दा चाहीदा है। गुरु अमरदास महाराज पातशाह जी ये पुछ रहे ने जेठा जी गली दे विचों एक ख्याल देना जा रहा है दुनिया ले लो कहती है कि जेठे वर्गा होवे ते अगे पातशाह जी कहना करदे आ भलिए जेठे वर्गा ते कल्ला जेठा ही आ होर कोई है नहीं, इहदे वर्गा ते होई है संसार दे विच होर कोई है नहीं रब ने पैदा कीता। अगे कहना करदे आ तुसी थोड़ा सोचो ते समझो इहदा तां मां प्यो नहीं है, इह ते यकीन है इसदा तां घर-बार है, कखां दी पेशगी कोई नहीं है, किथे रहे आखर दे विच जिस दृष्टि दे नाल धन गुरु अमरदास महाराज पातशाह जी भाई जेठा जी नूं देख रहे ने वो दृष्टि है ही असल दे विच वो दृष्टि है ही असल दे विच वखरी। बीबी भानी जी दा आनंद कारज 19 साल की आरजू हुई है भाई जेठा जी दे नाल कीता जांदा है। उसे ही दर दे उत्ते रहंदियां होइयां अपने जीवन बड़े बड़े भावना दे सदका
बड़े प्यार के संग जिउंदे ने ते फिर भी जेड़ी कारगुजारी है इन्हां प्रति दी ओह छड्डी नहीं। दिने घुमणियां के सवेरे शाम का जेड़ा कार्ज है गुरु घर की सेवा वो छड्डी नहीं। समा बतीत होया, समा लंघिया, लाहौर की धरती तो सोढी कुल दे दाते पुरुष आए। मन दे विच उन्हां दे ख्याल सी कि सुनिया है हरदास दे पुत्र जेठे दा विआह हो गया है ते अग्यों कहना करदे आ क्यों ना असीं देखिए ये मिलाप कर रहे हैं। जिस वेले धन गुरु अमरदास महाराज पातशाह जी के दर दे उत्ते पहुंचदे ने कहना करदे तुसीं की देख के अपनी धी दा विआह इस दे नाल कर दिता, की सोच के की ख्याल लिया। इस दे जन्म सारी मां चली गई, जांदे जांदा पिता भी चला गया। ऐसे लफ्ज वरते जाते कि ये तो है ही अभागा है, ये तो है ही, पर समझण वाली बात, सोचण वाली बात जेड़ी गुरु पातशाह जी ने समझाउण दी कोशिश कीती सी वो ते है ही दरअसल आउण वाला समा ऐसा बनदा जिसका अज दे समय दे विच कोई नहीं तुसीं देखिया होना। जेड़े खानदानी भावे बादशाह ने, भावे राजे ने, भावे बड़े महाराजे ने, वो देखिया जाता है कि आखिर दे वेले जिस वेले मौत होंदी है जिउंदियां जी उन्हां दे सिरां दे उत्ते शतर चौर जरूर झुलदे रहे, पर जिस वेले संसार नूं अलविदा कर जांदे ने उन्हां दी मट्टी दे उत्ते कोई दीवा जगाउण वेले नहीं रह जांदा। गुरु रामदास महाराज पातशाह जी दा दर, गुरु नानक दा दर ही ऐसा सी। भलिओ तुसीं इह गल कह रहे हो, अज भी यह गल परतख देखी जा सकती है। बादशाह ने बादशाह अमीर घराने भी खाली हथ जाते ने, आखिर दे विच यतीम हो जाते हैं। मां प्यो तक कोई रिश्तेदार, कोई वंश तक दा नहीं रहिंदा। पर ऐसा बादशाह संसार दा जिसने अपनी बचपना जिंदगी दे विच यतीमपना हटाया, पर अज तक भी ऐसे बादशाह दी कुल संसार पूजा करदा है, संसार चवर शतर चलाउंदा है। ऐसे बादशाह जिस दे तन दे उत्ते कपड़ा पाउण दे लई नहीं सी समा ऐसा बनिया सी। अज भी रामदास दी धरती, अमृतसर दी धरती दे उत्ते जाओ, दिन दे विच 8-8 10-10 लाख दा माला चढ़दा है। जिस नूं रोटी खाण दे लई कोई बात तक पुछण दे लई तैयार नहीं सी, अज उसे ही दर दे उत्ते जाओ कोई भुखा नहीं मिलेगा। ऐसी रहमत बादशाह ते असल दे विच जेकर कहना है अपने गुरु नूं कहिए असीं बादशाह। ऐसे शहंशाह जिन्हां दी बाणी साडी हिरदे दे विच पढ़ाई लिखाई दे वेले जिस वेले ख्याल आया कि पढ़ाउण दे लई भी नहीं कोई है, ऐसे बादशाह ने अपनी जिंदगी दे विच कितनी कमाई कीती है कि धन गुरु ग्रंथ साहिब महाराज पातशाह जी दे विच परतख 30 रागां दे विच बाणी दर्ज है। ऐसे पातशाह जिथे असीं ख्याल करते हैं जेकर उच्चियां नूं नीवें करने वाला रब है ते नीवियां नूं भी उच्चा करने वाला अकाल पुरख परमेश्वर ही है। नीचों ऊंच करे मेरा गोबिंद, गोबिंद करता है, इस दे विच कोई शक नहीं। पर उस दी नज़र दा, उस दी किरपा दा पात्र किस ढंग तरीके दे नाल बणिया जाना है, ਇਹ ਜੁਗਤ ਸਾਨੂੰ ਸਿੱਖਣੀ ਪੈਣੀ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਜੀਵਨ ਤੋਂ।
ਦਾ ਸਾਥ ਦੇਣ ਦੇ ਲਈ ਤਿਆਰ ਹਾਂ। ਜਿੱਥੇ ਅਸੀਂ ਪਾਵਨ ਬਾਣੀ ਦੇ ਬੋਲ ਪੜ੍ਹਦੇ ਹਾਂ, ਸਭੋ ਭਜੈ ਆਸਰਾ ਸਾਖ ਕੀ ਭਾਜਤ ਵੇ। ਹਰ ਕੋਈ ਸਾਥ ਛੱਡਦਾ ਹੈ ਸੁੱਖਾਂ ਦੇ ਵਿੱਚ, ਤੇ ਹਰ ਕੋਈ ਨਾਲ ਨਾਲ ਬੈਠਣ ਦੇ ਲਈ ਤਿਆਰ ਰਹਿੰਦਾ ਹੈ। ਪਰ ਬਾਤ ਤਾਂ ਫੇਰ ਹੈ ਨਾ, ਗੱਲ ਤੇ ਫੇਰ ਹੈ, ਜਿਹੜਾ ਦੁੱਖ ਦੇ ਵਿੱਚ ਵੀ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ। ਗੱਲਾਂ ਵੱਖੋ ਵੱਖਰੀਆਂ ਤਰੀਕੇ ਦੀਆਂ ਬਣਾਉਣ ਦੇ ਨਾਲ ਇੱਕ ਨਹੀਂ ਹਜ਼ਾਰਾਂ ਮਿਲ ਜਾਣਗੇ, ਪਰ ਐਸਾ ਕੋਈ ਵੀ ਮਿੱਤਰ ਹੈ ਜਿਹੜਾ ਸੱਚੇ ਨਿਰੰਕਾਰ ਦੀ ਗੱਲ ਕਰਦਿਆਂ ਹੋਇਆਂ, ਪਰਮੇਸ਼ਰ ਦੀ ਬਾਤ ਕਰਦਿਆਂ ਹੋਇਆਂ ਉਸ ਨਿਰੰਕਾਰ ਦੇ ਨਾਲ ਮਿਲਾ। ਐਸੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜਿਹੜੇ ਸਾਨੂੰ ਇੱਕ ਯਾਦ ਬਖਸ਼ਿਸ਼ ਕਰਨਾ ਕਰਦੇ। ਪਾਤਸ਼ਾਹ ਜੀ ਕਹਿੰਦੇ ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨ ਨਾਮ। ਜਿਸ ਨੇ ਆਪਣੀ ਝੋਲੀ ਦੇ ਵਿੱਚ ਦੁੱਖ ਪਾਏ ਨੇ ਸੰਸਾਰ ਦੇ ਵਿੱਚ, ਅੱਜ ਉਸ ਦਰ ਦੇ ਉੱਤੇ ਕੋਈ ਅੰਦਰ ਆਤਮੇ ਦੇ ਸਦਕਾ ਜਾਵੇਗਾ, ਜ਼ਿੰਦਗੀ ਦੇ ਵਿੱਚੋਂ ਦੁੱਖ ਕੱਟੇ ਜਾਂਦੇ। ਐਸੀ ਬਖਸ਼ਿਸ਼ ਦੇ ਮਾਲਕ ਗਰੀਬ ਨਿਵਾਜ ਪਿਤਾ ਜੀ ਉਸੇ ਹੀ ਦਰ ਦੇ ਉੱਤੇ ਸੇਵਾ ਕਰਦੇ ਰਹੇ। ਬਾਣੀ ਦਾ ਵੀ ਉਹਨਾਂ ਨੇ ਪ੍ਰਚਾਰ ਪ੍ਰਸਾਰ ਕੀਤਾ ਹੈ। ਗੁਰੂ ਘਰ ਦਾ ਜੋ ਨਿਯਮ ਹੈ, ਬੰਧਾਨ ਹੈ, ਉਸ ਨੂੰ ਵੀ ਛੱਡਿਆ। ਬੇਸ਼ੱਕ ਵੱਖੋ ਵੱਖਰੇ ਢੰਗ ਤਰੀਕੇ ਦੀਆਂ ਗੱਲਾਂ, ਵੱਖੋ ਵੱਖ ਤਰੀਕੇ ਦੇ ਖਿਆਲ, ਵੱਖੋ ਵੱਖਰੇ ਢੰਗ ਤਰੀਕੇ ਦੀਆਂ ਜੁਗਤਾਂ ਬੇਸ਼ੱਕ ਰਹੀਆਂ, ਪਰ ਜਿਸ ਵੇਲੇ ਆਸਰਾ ਹੀ ਉਸ ਨਿਰੰਕਾਰ ਦਾ ਤੱਕ ਲਿਆ ਹੋਵੇ, ਉਹ ਦੁਨਿਆਵੀ ਪ੍ਰਵਾਹ ਛੱਡਦਿਆਂ ਹੋਈਆਂ ਇੱਕੋ ਹੀ ਇੱਕ ਖਿਆਲ ਆਪਣੇ ਅੰਦਰ ਆਤਮੇ ਦੇ ਵਿੱਚ ਰੱਖਦਾ ਹੈ। ਜੋ ਕੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਇੱਕ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਅਸੀਂ ਇਹ ਖਿਆਲ ਤੇ ਜ਼ਰੂਰ ਪੜ੍ਹਦੇ ਹਾਂ ਕਿ ਅਸੀਂ ਪਾਤਸ਼ਾਹ ਜੀ ਦੇ ਨਾਮ ਦੇ ਉੱਤੇ ਸੀਸ ਝੁਕਾਉਂਦੇ ਹਾਂ, ਪਰ ਨਾਲ ਬਰਾਬਰ ਦੀ ਗੱਲ ਇਹ ਵੀ ਹੈ ਕਿ ਪਾਤਸ਼ਾਹ ਜੀ ਦੇ ਦਰ ਤੋਂ ਜਿਹੜਾ ਕੁਝ ਮਿਲਦਾ ਹੈ, ਜੇ ਉਸ ਨੂੰ ਅਸੀਂ ਮੱਥੇ ਦੇ ਨਾਲ ਵੀ ਲਾ ਲਾਵਾਂਗੇ, ਸਾਡੇ ਭਾਗ ਸਦਾ ਦੇ ਲਈ ਅਸੀਂ ਧੰਦਾ ਜੋਗ ਰਵਾਂਗੇ। ਅਸੀਂ ਇਹ ਗੱਲ ਤੇ ਜ਼ਰੂਰ ਕਹਿੰਦੇ ਹਾਂ ਕਿ ਅੱਜ ਦਾ ਦਿਨ ਮਾੜਾ ਗਿਆ ਸੀ, ਫਲਾਣਾ ਬੰਦਾ ਮੱਥੇ ਲੱਗਿਆ ਸੀ। ਮੱਥੇ ਲੱਗਣਾ ਤੇ ਮੱਥੇ ਲਾਉਣੇ ਦੇ ਵਿੱਚ ਬਹੁਤ ਫਰਕ ਹੈ। ਸੀਸ ਝੁਕਾਉਣਾ ਤੇ ਸੀਸ ਦੇ ਨਾਲ ਲਾਉਣਾ ਬਹੁਤ ਵੱਡਾ ਫਰਕ ਹੈ। ਐਸੀ ਬਖਸ਼ਿਸ਼ ਦੇ ਪਾਤਰ ਧੰਨ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ, ਜਿਸ ਜਿਹੜੇ ਗੁਰੂ ਘਰ ਦੇ ਵਿੱਚ ਆਉਂਦੇ, ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਵਡਿਆਈ ਬਖਸ਼ਿਸ਼ ਐਸੀ ਹੋਈ ਹੈ ਕਿ ਆਖਰ ਦੇ ਵਿੱਚ ਸਮਾਂ ਦੇਖਿਆ ਹੈ ਬਾਬਾ ਬੁੱਢਾ ਜੀ ਦੀ ਉਸ ਥਾਂ ਦੇ ਉੱਤੇ ਤਕਰੀਬਨ ਗੁਰੂ ਪਾਤਸ਼ਾਹ ਜੀ ਦੇ ਦਰ ਦੇ ਉੱਤੇ ਉਹਨਾਂ ਨੇ 30 ਸਾਲ ਦੀ ਸੇਵਾ ਕੀਤੀ। 30 ਸਾਲ ਦੀ ਸੇਵਾ ਤੋਂ ਉਪਰੰਤ ਉਹਨਾਂ ਨੂੰ ਗੁਰਗੱਦੀ ਦੇ ਉੱਤੇ ਬਿਠਾਇਆ ਜਾਂਦਾ ਹੈ ਕਿ ਇਸ ਤਖਤ ਦਾ ਮਾਲਕ ਰਾਮਦਾਸ ਜੀ। ਇਸ ਦੇ ਵਿੱਚ ਉਹ ਗੁਣਾ ਵਾਲੀ ਬਾਤ ਪੂਰਨਤਾ ਰੂਪ ਦੇ ਵਿੱਚ ਭਰੀ ਪਈ ਹੈ, ਜਿਸ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੈ, ਕੋਈ ਘਾਟ ਨਹੀਂ ਹੈ। ਐਸਾ ਦਰ ਗੁਰੂ ਪਾਤਸ਼ਾਹ ਜੀ ਦਾ। ਅਸੀਂ ਵੀ ਇਸ ਦਰ ਦੇ ਉੱਤੇ ਇੱਕੋ ਹੀ ਇੱਕ ਅਰਦਾਸ ਕਰੀਏ, ਪਾਤਸ਼ਾਹ ਜੀ ਦੁਨਿਆਵੀ ਗੁਣਾ, ਦੁਨਿਆਵੀ ਧਨ ਪਦਾਰਥ ਨੇ ਅਸੀਂ ਜ਼ਰੂਰ ਇਕੱਠੇ ਕਰ ਲਵਾਂਗੇ, ਪਰ ਇੱਕੋ ਹੀ ਦਾਤ ਸਾਡੀ ਝੋਲੀ ਦੇ ਵਿੱਚ ਪਾ ਦਿਓ, ਨਾਮ ਦੀ ਦਾਤ। ਨਾਮ ਦੀ ਦਾਤ ਦੇ ਸਦਕਾ ਸਦਾ ਦੇ ਲਈ ਸਾਡਾ ਦੁੱਖ ਉਜਲਾ ਰਹੇਗਾ। ਪਾਤਸ਼ਾਹ ਜੀ ਰਹਿਮਤ ਕਰ, ਜਿੱਥੇ ਅਸੀਂ ਪਾਤਸ਼ਾਹ ਜੀ ਦੇ ਜੀਵਨ ਨੂੰ ਜਨਮ ਤੋਂ ਲੈ ਕੇ ਗੁਰੂ ਪਾਤਸ਼ਾਹ ਜੀ ਦੇ ਨਾਲ ਮਿਲਾਪ ਤੱਕ ਤੇ ਮਿਲਾਪ ਤੋਂ ਲੈ ਕੇ ਗੁਰਿਆਈ ਤੱਕ ਵਿਚਾਰਿਆ ਹੈ। ਇਹ ਬਾਕੀ ਦਾ ਜਿਹੜਾ ਤੀਜਾ ਹਿੱਸਾ ਹੈ, ਗੁਰਿਆਈ ਤੋਂ ਬਾਅਦ ਅਖੀਰ ਜਦੋਂ ਸੰਸਾਰ ਦੇ ਵਿੱਚੋਂ ਕੂਚ ਕਰ ਜਾਂਦੇ ਆ, ਕੱਲ ਦੇ ਦਿਨ ਵਿਚਾਰਾਂਗੇ। ਵਿਚਾਰ ਸਾਹਿਬ ਜੀ ਦੇ ਸਮਝ ਕੇ ਹਿਰਦੇ ਵਿੱਚ ਵਸਾਉਣੇ, ਭੁੱਲਾਂ ਦਾਸ ਹੋਈਆਂ, ਅਖੀਰ ਵਿੱਚ ਬੁਲਾਓ ਦੀ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ